गड्डी XUV नवीं लई मैं नवीं लई तो मेरी गड्डी लै गए मंग के। ड्राइवर साहब ने नशा किया ही ना रज के बस्ती भाग सिंह दे कोल टट्टा आ गया काले रंग का। गड्डी सारी मेरी टुट गई, एयर बैग खुल गए, सारा कुछ खुल गया। 13,46,000 की मैं नवीं लई सी। 3-3.5 लाख रुपया ला के वो 9.5 लाख की वेच के फिर मैनू गड्डी फॉर्चूनर 23 नंबर लैके दी जी। ये बंदे विच गड्डी ते आंदा मैं दा परचा करा देना जी। मैनू तो मैनू इहदे तो मेरी जान नू जे मेरा नुकसान होया जान दा जिम्मेवार लाडी आ ते लाडी दा परिवार है। वेखो जी इन्हां ने ना दो जियां ने मेरे नाल गड्डी 'च बह के सौं खाधी सी तैनूं चेयरमैन देवांगे फिरोजपुर छाउणी दी। ਜਦੋਂ ਕੋਈ ਵੀ ਨਹੀਂ ਸੀ ਨਾਲ ਹੁੰਦਾ। ਇਹ 2012 ਤੋਂ ਬਾਅਦ ਦੀ ਗੱਲ ਹੈ ਜੀ। ਜਿੱਤੇ ਦੇ ਨਾਲ ਸਾਰੇ ਹੁੰਦੇ ਨੇ, ਹੁਣ ਬੜੇ ਨੇ। ਜਦੋਂ ਕੋਈ ਹਾਰਦਾ ਉਦੋਂ ਨਾਲ ਕੋਈ ਨਹੀਂ ਹੁੰਦਾ। ਮੈਂ ਹਰੇ ਦੇ ਨਾਲ ਰਿਹਾ ਜਦੋਂ ਇਹ ਜੀ ਕਹਿੰਦਾ ਮੈਂ ਰਾਜੂ ਤੋਂ 30 ਲੱਖ ਰੁਪਈਆ ਲੈ ਚੁੱਕਾ। ਮੈਂ ਗਿਆ ਜੀ ਚੰਡੀਗੜ੍ਹ ਦੇ ਮਗਰ ਗਏ ਸਾਂ 3-4 ਬੰਦੇ ਨਾਲ ਮੈਂ ਲੈ ਕੇ ਗਿਆ। ਇਹ ਆਂਦਾ ਵੀ ਤੂੰ ਕੀ ਦੇਣਾ, 35 ਦੇਣਾ ਕਿ 40 ਦੇਣਾ। ਫਿਰ ਮੇਰੀ ਤਾਂ ਹੈਸੀਅਤ ਨਹੀਂ 35-40 ਦੇਣ ਵਾਲੀ। ਮੈਂ ਪਹਿਲਾਂ ਬਹੁਤ ਉੱਜੜ ਚੁੱਕਾ ਸਾਂ ਦੇ ਮਗਰ। ਉਹਨਾਂ ਪੈਸਿਆਂ ਦੇ ਉਹਦੇ ਵਿੱਚ ਮੁੜ ਕੇ ਉਹਨੇ ਇਹਦੇ ਨਾਲ ਰੌਲਾ ਪਾਇਆ ਮੈਨੂੰ ਪੈਸੇ ਦੇ। ਕਿੰਨੇ ਪੈਸੇ ਸੀ ਉਹਨਾਂ ਤੋਂ ਜਿਹੜੇ? ਉਹ 30 ਲੱਖ ਰੁਪਈਆ ਜੀ। ਆਪਦੇ ਦੱਸਣ ਦੇ ਮੁਤਾਬਕ ਮੈਂ 30 ਲੱਖ ਰੁਪਈਆ ਲਿਆ। ਲਾਡੀ ਨੇ ਆਪ ਮੈਨੂੰ ਦੱਸਿਆ ਮੈਂ 30 ਲੱਖ ਉਹਦੇ ਤੋਂ ਲਿਆ। ਬਿਲਕੁਲ ਜੀ ਲਿਆਏ ਪੈਸੇ। ਮੈਂ ਸੁਣਿਆ ਵੀ ਉਹਨਾਂ ਆਪਦੇ ਅਕਾਊਂਟ 'ਚੋਂ ਪੈਸੇ ਦਿੱਤੇ ਨੇ। ਗੱਲ ਲੋਕਾਂ 'ਚ ਇੱਥੋਂ ਤੱਕ ਗੱਲ ਆਈ ਪਈ ਆ। ਬਾਕੀ ਹੈਗਾ ਉਹਨਾਂ ਦੀ ਹੁਣ ਮਰਜ਼ੀ। ਇੱਥੋਂ ਤੱਕ ਉਹਨਾਂ ਫਾਹ ਉੱਡੀ ਆ ਵੀ ਉਹਨੇ ਆਪਦੇ ਅਕਾਊਂਟ ਤੋਂ ਸਿੱਧੇ ਪੈਸੇ ਇਹਦੇ ਅਕਾਊਂਟ 'ਚ ਪਾਏ ਜੀ। ਆਪਦੇ ਨਾ ਭੈਣ ਭਰਾਵਾਂ ਤਰ੍ਹਾਂ ਰਿਹਾ ਜੀ। ਸਰਕਾਰ ਕੋਲ ਨੇ ਮੈਨੂੰ ਵੀਰ ਜੀ ਆਖਿਆ ਤੇ ਮੈਂ ਇਹਨੂੰ ਭੈਣਾਂ ਤੋਂ ਵੱਧ ਸਤਿਕਾਰ ਦਿੰਦਾ ਸੀ। ਫਿਰ ਇਹਦੇ ਨਾਲ ਸੀ ਜਿਹੜੇ ਬੰਦੇ ਉਹਨਾਂ ਮੇਰੀ ਫੇਸਬੁੱਕ ਦੇ ਫੋਟੋਆਂ ਦੇ ਪਾਇਆ ਵੀ ਇਹ ਲੀਡਰ ਵੱਡਾ ਇਹਦੇ ਤਾਂ ਆਉਂਦੇ ਨੇ ਲੋਕ। ਤੇ ਬਾਕੀ ਪਤਾ ਤਾਂ ਹੁਣ ਲੱਗੂ ਲੀਡਰ ਵੱਡੇ ਦਾ ਛੋਟੇ ਦਾ ਜਦੋਂ ਇਲੈਕਸ਼ਨ ਮੈਦਾਨ 'ਚ ਆ ਗਏ। ਹੁਣ ਪਤਾ ਲੱਗੂ ਵੱਡਾ ਲੀਡਰ ਕੌਣ ਹੈ ਕਿ ਛੋਟਾ ਕੌਣ ਹੈ। ਹੁਣ ਪਤਾ ਲੱਗੂ। ਇੱਕ ਵੋਟ ਕੀਮਤੀ ਹੈ ਜੀ। ਕੀ ਇਹੋ ਜਿਹੀਆਂ ਗੱਲਾਂ ਰਹਿ ਗਈਆਂ ਜਿਹਦੇ ਨਾਲ ਕੜੱਤਨ ਇੰਨੀ ਵੱਧ ਗਈ ਕਿ ਤੁਸੀਂ ਦੂਰੀਆਂ ਬਣਾ ਲਈਆਂ? ਕੋਈ ਮੇਨ ਇਹੋ ਜਿਹੀ ਗੱਲ? ਮੈਨੂੰ ਆਂਦਾ ਵੀ ਉੱਥੇ 1000 ਰੁਪਈਆ ਲੈਂਦੇ ਨੇ ਇੱਕ ਟਿਕਟ ਦਾ, ਫੀਸ ਜਮ੍ਹਾਂ ਕਰਾਉਂਦੇ ਨੇ। ਪਤਾ ਨਹੀਂ ਝੂਠ ਹੈ ਕਿ ਸੱਚ। ਇਹ 20,000 ਰੁਪਈਆ ਮੈਂ ਦਿੱਤਾ ਤੇ 25,000 ਰੁਪਈਆ ਗੋਗੀ ਪਿਆਰੇ ਨੂੰ ਜਿਉਂਦਾ ਜਾਗਦਾ ਜਾ ਕੇ ਪਿਆਰੇ ਨੂੰ ਪੁੱਛੋ 25 ਉਹਨੇ ਦਿੱਤਾ। 45,000 ਰੁਪਈਆ ਇਕੱਠਾ ਕਰਕੇ ਰਾਤ ਇਹਨੂੰ ਦਿੱਤਾ। ਰੇਤਾ ਦੀ ਕਾਲਾਬਾਜ਼ਾਰੀ ਚੱਲ ਰਹੀ ਉਹਦੇ 'ਚ ਇਹਨਾਂ ਦਾ ਕੋਈ ਹੱਥ ਹੈ ਜਾਂ ਨਹੀਂ ਹੈ? ਜਦੋਂ ਸਰਕਾਰ ਬਣੀ ਆ 4-5 ਦਿਨਾਂ ਦੇ ਬਾਅਦ ਇਹ ਮੇਰੇ ਕੋਲ ਟਰਾਲਾ, ਮੇਰਾ 14 ਸਾਲ ਦਾ ਟਰਾਲਾ, ਮੇਰਾ ਵੱਡਾ ਟਰਾਲਾ ਲੈ ਕੇ ਗਿਆ। ਆਂਦਾ ਵੀ ਮੈਂ ਰੇਤਾ ਤੇ ਲਾਉਣਾ। ਇਸ ਗੱਲ ਦਾ ਤਾਂ ਮੈਨੂੰ ਖੁਦ ਪਤਾ। ਇਹਦਾ ਟਰਾਲਾ ਨਹੀਂ ਸੀ ਤਿਆਰ ਹੋਇਆ ਤੇ ਮੇਰਾ ਟਰਾਲਾ ਆਪਦਾ ਲੈ ਕੇ ਗਿਆ ਸੀ। ਸਰਕਾਰ ਬਣਦਿਆਂ ਦੇ ਨਾਲ ਹੀ ਕੁਝ ਦਿਨਾਂ ਬਾਅਦ? ਹਾਂਜੀ ਹਫ਼ਤੇ ਇੱਕ ਬਾਅਦ ਜੀ। ਟਾਈਲਾਂ ਲੱਗਣੀਆਂ ਸੀ ਗਲੀ ਵਾਸਤੇ ਤੇ 4-5 ਵਾਰੀ ਮੈਂ ਰਿਕੁਐਸਟ ਕੀਤੀ। ਮੈਂ ਜੀ ਨੇਤਾ ਜੀ ਇੰਨੀ ਮੇਰੇ ਗਲੀ ਵੀ ਟਾਈਲਾਂ ਲਾ ਦਿਓ ਮੇਰੀ ਗਲੀ ਵਾਸਤੇ। 3 ਵਾਰਾਂ 4 ਵਾਰਾਂ ਡਾਕਟਰ ਸਾਹਿਬ ਮਿਣੋ ਜਿਵੇਂ ਬੰਦੇ ਨੂੰ ਮਖੌਲ ਕਰੀਦੇ ਆ। ਤੇ ਬਾਕੀ ਮਹਾਰਾਜ ਨੇ ਮੈਨੂੰ ਬਹੁਤ ਕੁਝ ਦਿੱਤਾ। ਮੈਂ ਘਰੋਂ ਲਵਾ ਲਾਂਗਾ ਜੀ, ਮੈਨੂੰ ਕੋਈ ਦੁੱਖ ਨਹੀਂ। ਬਾਕੀ ਦੁੱਖ ਆਇਆ ਇਸ ਬੰਦੇ ਤੇ ਵੀ ਜਿੰਨਾ ਮੈਂ ਤਨੋਂ ਮਨੋਂ ਇਸ ਬੰਦੇ ਦੀ ਸੇਵਾ ਕੀਤੀ ਸੀ। ਇਹਨੇ ਮੈਨੂੰ ਗੁੱਠੇ ਲਾਇਆ ਜੀ। ਜਿੱਥੇ ਕਿਤੇ ਵਿਆਹ 'ਤੇ ਜਾਂਦੇ ਸਾਂ ਅਸੀਂ ਆਪਦੀ ਜੇਬ 'ਚੋਂ ਕੱਢ ਕੇ ਸ਼ਗਨ ਆਉਂਦੇ ਹੁੰਦੇ ਸਾਂ। ਇਹਦੇ ਕਾਰਡ 'ਚ ਪਾਉਂਦੇ ਵੀ ਇੱਥੇ ਸ਼ਗਨ 'ਤੇ ਆਪਾਂ ਅਗਾਂਹ ਵੋਟਾਂ ਲੈਣੀਆਂ ਨੇ। ਇੱਥੋਂ ਤੱਕ ਮੈਂ ਇਸ ਬੰਦੇ ਨਾਲ ਰਿਹਾ। ਇੰਨਾ ਮੈਂ ਕੀਤਾ ਹੋਵੇ ਤੇ ਫਿਰ ਵੀ ਮੈਨੂੰ ਗੁੱਠੇ ਲਾਵੇ। ਬਾਕੀ ਮੈਂ ਇੱਕ ਗੱਲ ਕਹਿੰਦਾ ਹਾਈ ਕਮਾਂਡ ਨੂੰ ਵੀ ਜੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਟਿਕਟਾਂ ਦੇ ਦਿੱਤੀਆਂ ਬਸ ਫਿਰ ਤਾਂ ਸਰ ਗਿਆ। ਫਲਾਨਾ ਪਿੰਡ ਪਾਰਕ, ਫਲਾਨੇ ਪਿੰਡ ਪਾਰਕ, ਫਲਾਨੇ ਪਿੰਡ ਪਾਰਕ, ਆਹ ਗਲੀਆਂ, ਆਹ ਲੋਕਟੈਲ, ਆਹ ਫਲਾਨਾ, ਆਹ ਸਭ ਕੁਛ ਵਿਕਾਸ ਤਾਂ ਵੈਸੇ ਉਹਨਾਂ ਨੇ ਕੀਤਾ ਪਰ ਤੁਸੀਂ ਕਹਿ ਰਹੇ ਹੋ ਕਿ ਉਹ ਇਸ ਤਰ੍ਹਾਂ ਰਿਹਾ। ਅੱਜ ਮੇਰਾ ਪਰਚਾ ਕਰਾਉਣ ਨੂੰ ਤਿਆਰ ਹੋਇਆ ਸੀ। ਮੈਂ ਉਹਦਾ ਪਰਚਾ ਕਰਾ ਦੂੰ। ਮੈਂ ਇਹਨੂੰ ਜਾਣਦਾ ਸੀ ਚੰਗੀ ਤਰ੍ਹਾਂ। ਜਦੋਂ ਇਹਦੇ 'ਤੇ ਪਰਚਾ ਪਿਆ ਸੀ ਨਾ ਤੇ ਸਾਨੂੰ ਆਂਦਾ ਹੁੰਦਾ ਸੀ ਜੱਜ ਦੇ ਕੋਲ ਸਾਡੇ ਨਾਲ ਅੰਦਰ ਜਾਓ। ਇਹਨੂੰ ਵੀ ਪਤਾ ਵੀ ਪਰਚਾ ਕੀ ਚੀਜ਼ ਹੁੰਦਾ ਤੇ ਸਾਨੂੰ ਵੀ ਪਤਾ। ਬਾਕੀ ਜੇ ਕਰੇਗਾ ਕੋਈ ਗੱਲ ਨਹੀਂ, ਸਾਡੇ ਤੇ ਗੁਰੂ ਰਾਮਦਾਸ ਅਸੀਂ ਚੱਲ ਲਾਂਗੇ। ਸਤਿ ਸ਼੍ਰੀ ਅਕਾਲ, ਆਵਾਜ਼ੇ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਸੁੱਖ। ਕਾਂਗਰਸ ਪਾਰਟੀ ਦੀ ਗੱਲ ਕਰੀਏ, ਹਰ ਰੋਜ਼ ਕੋਈ ਨਾ ਕੋਈ ਅਸਤੀਫਾ ਦੇ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ। ਅੱਜ ਫਿਰੋਜ਼ਪੁਰ ਦਿਹਾਤੀ ਹਲਕੇ ਦੀ ਗੱਲ ਕਰੀਏ, ਇੱਥੋਂ ਵੀ ਇੱਕ ਟਕਸਾਲੀ ਕਾਂਗਰਸੀ ਜੋ ਕਿ ਮੌਜੂਦਾ ਵਿਧਾਇਕਾ ਦੇ ਪਤੀ ਨਾਲ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਸੀ ਤੇ ਹੁਣ ਉਹ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਚੁੱਕੇ ਨੇ। ਸਾਡੇ ਨਾਲ ਮੌਜੂਦ ਨੇ ਸੁਖਵਿੰਦਰ ਸਿੰਘ ਸ਼ੀਸ਼ਾ ਜੀ। ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਪਹਿਲਾਂ ਸਵਾਗਤ ਹੈ ਜੀ ਆਵਾਜ਼ੇ ਪੰਜਾਬ 'ਚ। ਸੁਖਵਿੰਦਰ ਸਿੰਘ ਸੁੱਖ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰਾ ਪਹਿਲਾ ਸਵਾਲ ਇਹ ਆ ਜੀ, ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਲੰਮਾ ਸਮਾਂ ਰਹੇ ਹੋ ਤੇ ਕੀ ਕਾਰਨ ਬਣਿਆ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦਾ? ਸੁੱਖ ਜੀ ਵੇਖੋ ਜੀ, ਕਾਂਗਰਸ ਸਰਕਾਰ ਨੇ ਕੁਛ ਨਹੀਂ ਮੇਰਾ ਮੁੱਲ ਹੀ ਨਹੀਂ ਪਾਇਆ। ਜਿੰਨੀ ਮੇਰੀ ਕੁਰਬਾਨੀ ਸੀ ਪਾਰਟੀ ਦੇ ਵਿੱਚ ਉਹਨਾਂ ਕੁਛ ਨਹੀਂ ਕੀਤਾ। ਮੇਰੇ ਨਾਲ ਵਾਅਦੇ ਕਰਕੇ ਬੰਦੇ ਭੱਜੇ ਆ ਜੀ। ਉਹ ਜਿਸ ਟਾਈਮ ਮੈਂ ਸਾਂ ਉਸ ਟਾਈਮ ਕੋਈ ਬੰਦੇ ਨਹੀਂ ਸੀ ਹੁੰਦੇ। ਜਿਹੜੇ ਬੰਦੇ ਪੁਰਾਣੇ ਸੀ ਬੰਦੇ ਸਾਰੇ ਚੰਦ। ਹੁਣ ਤਾਂ ਉੱਥੇ ਜਾ ਕੇ ਵੇਖੀ ਤੇ ਨਵੇਂ ਤੋਂ ਨਵਾਂ ਬੰਦਾ ਆਇਆ।
ਕੋਈ ਪਤਾ ਹੀ ਨਹੀਂ ਵੀ ਉਦੋਂ ਕਿੱਥੇ ਸੀ। ਜਿਹੜਾ ਅੱਜ ਬੈਠਾ ਉਦੋਂ ਇੱਦੀ ਦਾ ਨਹੀਂ ਕਿਤੇ ਵੀ ਹੈਗਾ ਕਿ ਨਹੀਂ ਹੈਗਾ। ਕਿੰਨਾ ਸਮਾਂ ਤੁਸੀਂ ਕਾਂਗਰਸ ਦੇ ਵਿੱਚ ਰਹੇ ਹੋ ਤੇ ਕਿਹੜੇ ਐਮਐਲਏ ਨਾਲ ਰਹੇ ਹੋ? ਮੈਂ ਜੀ ਗਹਿਰੀ ਨਾਲ ਰਿਹਾ ਜੀ। ਮੈਂ ਰਿਹਾ ਜੀ 9.5 ਸਾਲ ਇਹਦੇ ਨਾਲ ਇੱਕ ਠੋਕ ਕੇ ਰਿਹਾ ਜੀ। ਤਨੋਂ ਮਨੋਂ ਤੁਹਾਨੂੰ ਸੇਵਾ ਕੀਤੀ ਪਾਰਟੀ ਦੀ ਜੀ। ਤੇ ਕਾਰਨ ਹੁਣ ਇਹੀ ਰਹੇ ਆ ਕਿ ਤੁਹਾਡੀ ਜਿਹੜੀ ਜਗ੍ਹਾ ਸੀ ਉਹਨਾਂ ਦੇ ਵਿੱਚ ਘਟਦੀ ਦਿਖਾਈ ਦੇ ਰਹੀ ਸੀ, ਇਹੀ ਕਾਰਨ ਹੈ ਪਾਰਟੀ ਨੂੰ ਛੱਡਣ ਦੇ, ਜਾਂ ਕਿ ਹੋਰ ਠੋਸ ਕਾਰਨ ਵੀ ਹੈਗਾ? ਬਸ ਜੀ ਇਹ ਨਾ ਕੁਛ ਮੇਰੀ ਪੁੱਛਦਾਸ ਹੀ ਨਹੀਂ ਹੋਈ ਜੀ। ਮੈਂ ਤਾਂ ਦੁਖੀ ਹੋ ਕੇ ਪਾਰਟੀ ਛੱਡੀ ਹੈ ਜੀ। ਕਿਸ ਤਰ੍ਹਾਂ ਦੀ ਪੁੱਛਦਾਛ ਨਹੀਂ ਹੋਈ? ਕਿਸ ਤਰ੍ਹਾਂ? ਵੇਖੋ ਜੀ ਇਹਨਾਂ ਨੇ ਨਾ ਦੋ ਜੀਆਂ ਨੇ ਮੇਰੇ ਨਾਲ ਗੱਡੀ 'ਚ ਬਹਿ ਕੇ ਸਹੁੰ ਖਾਧੀ ਸੀ ਵੀ ਤੈਨੂੰ ਚੇਅਰਮੈਨ ਦੇਵਾਂਗੇ ਫਿਰੋਜ਼ਪੁਰ ਛਾਉਣੀ ਦੀ। ਜਦੋਂ ਕੋਈ ਵੀ ਨਹੀਂ ਸੀ ਨਾਲ ਹੁੰਦਾ। ਇਹ 2012 ਤੋਂ ਬਾਅਦ ਦੀ ਗੱਲ ਹੈ ਜੀ। ਜਿੱਤੇ ਦੇ ਨਾਲ ਸਾਰੇ ਹੁੰਦੇ ਨੇ, ਹੁਣ ਬੜੇ ਨੇ। ਜਦੋਂ ਕੋਈ ਹਾਰਦਾ ਉਦੋਂ ਨਾਲ ਕੋਈ ਨਹੀਂ ਹੁੰਦਾ। ਮੈਂ ਹਰੇ ਦੇ ਨਾਲ ਰਿਹਾ। ਜਦੋਂ ਇਹ ਹਾਰਿਆ ਹੁੰਦਾ ਸੀ ਕੋਈ ਨਹੀਂ ਸੀ ਹੁੰਦਾ, ਉਦੋਂ ਗੱਡੀ ਮੇਰੀ ਹੁੰਦੀ ਸੀ ਨਾਲ। ਇਹ ਜੀ ਕਹਿੰਦਾ ਮੈਂ ਰਾਜੂ ਤੋਂ 30 ਲੱਖ ਰੁਪਈਆ ਲੈ ਚੁੱਕਾ। ਮੈਂ ਗਿਆ ਜੀ ਚੰਡੀਗੜ੍ਹ ਦੇ ਮਗਰ ਗਏ ਸਾਂ 3-4 ਬੰਦੇ ਨਾਲ ਮੈਂ ਲੈ ਕੇ ਗਿਆ। ਇਹ ਆਂਦਾ ਵੀ ਤੂੰ ਕੀ ਦੇਣਾ, 35 ਦੇਣਾ ਕਿ 40 ਦੇਣਾ? ਫਿਰ ਮੇਰੀ ਤਾਂ ਹੈਸੀਅਤ ਨਹੀਂ 35-40 ਦੇਣ ਵਾਲੀ। ਮੈਂ ਪਹਿਲਾਂ ਬਹੁਤ ਉੱਜੜ ਚੁੱਕਾ ਸਾਂ ਦੇ ਮਗਰ। ਮੈਂ ਮੁੜ ਕੇ ਉੱਥੋਂ ਘਰੇ ਆ ਗਿਆ। ਫਿਰ ਉਹ ਜਿਹਦਾ ਨਾਮ ਲੈ ਰਹੇ ਹੋ ਰਾਜੂ, ਉਹਨੂੰ ਫਿਰ ਇਹਨਾਂ ਨੇ ਚੇਅਰਮੈਨ ਬਣਾਇਆ ਸੀ ਜੀ 5-4 ਦਿਨ। ਫਿਰ ਉਹ ਪਤਾ ਨਹੀਂ ਕਿਸ ਵਜ੍ਹਾ ਦੇ ਕਾਰਨ ਉਹ ਵੀ ਲੈ ਗਿਆ। ਮੁੜ ਕੇ ਉਹਨੂੰ ਮੰਡੀਕਰਨ ਬੋਰਡ ਦਾ ਮੈਂਬਰ ਬਣਾਇਆ, ਡਾਇਰੈਕਟਰ ਬਣਾਇਆ ਜੀ। ਉਹਨਾਂ ਪੈਸਿਆਂ ਦੇ ਉਹਦੇ ਵਿੱਚ ਮੁੜ ਕੇ ਉਹਨੇ ਇਹਦੇ ਨਾਲ ਰੌਲਾ ਪਾਇਆ ਮੈਨੂੰ ਪੈਸੇ ਦੇ। ਕਿੰਨੇ ਪੈਸੇ ਸੀ ਉਹਨਾਂ ਤੋਂ ਜਿਹੜੇ? ਉਹ 30 ਲੱਖ ਰੁਪਈਆ ਜੀ। ਆਪਦੇ ਦੱਸਣ ਦੇ ਮੁਤਾਬਕ ਮੈਂ 30 ਲੱਖ ਰੁਪਈਆ ਲਿਆ। ਲਾਡੀ ਨੇ ਆਪ ਮੈਨੂੰ ਦੱਸਿਆ ਮੈਂ 30 ਲੱਖ ਉਹਦੇ ਤੋਂ ਲਿਆ। ਤੇ ਉਹ ਵਾਈਸ ਚੇਅਰਮੈਨ ਸੀਗੇ ਜਾਂ ਤੇ ਜਿਹੜੇ ਦੂਸਰੇ ਚੇਅਰਮੈਨ ਸੀ ਉਹ ਕੌਣ ਨੇ? ਉਹ ਜੀ ਇਹ ਸਾਹਿਬ ਸਿੰਘ, ਅਰਜਿੰਦਰ ਸਿੰਘ ਸਾਹਿਬ। ਉਹਨਾਂ ਤੋਂ ਵੀ ਕੋਈ ਪੈਸਾ ਲੈ ਕੇ ਬਣਾਇਆ ਗਿਆ ਜਾਂ ਉਹ ਡਾਇਰੈਕਟ ਹੀ ਬਣੇ? ਬਿਲਕੁਲ ਜੀ ਲਿਆਏ ਪੈਸੇ। ਮੈਂ ਸੁਣਿਆ ਵੀ ਉਹਨਾਂ ਆਪਦੇ ਅਕਾਊਂਟ 'ਚੋਂ ਪੈਸੇ ਦਿੱਤੇ ਨੇ। ਗੱਲ ਲੋਕਾਂ 'ਚ ਇੱਥੋਂ ਤੱਕ ਗੱਲ ਆਈ ਪਈ ਹੈ। ਬਾਕੀ ਹੈਗਾ ਉਹਨਾਂ ਦੀ ਹੁਣ ਮਰਜ਼ੀ। ਇੱਥੋਂ ਤੱਕ ਉਹਨਾਂ ਅਫਵਾਹ ਉੱਡੀ ਆ ਵੀ ਉਹਨੇ ਆਪਦੇ ਅਕਾਊਂਟ ਤੋਂ ਸਿੱਧੇ ਪੈਸੇ ਇਹਨੇ ਅਕਾਊਂਟ 'ਚ ਪਾਏ ਨੇ। ਹੋਰ ਕੀ ਕਾਰਨ ਰਹੇ ਨੇ ਇਹਨਾਂ ਤੋਂ ਇਲਾਵਾ? ਤੁਸੀਂ ਚੇਅਰਮੈਨੀ ਕਰਕੇ ਛੱਡਿਆ ਕਿ ਤੁਹਾਨੂੰ ਚੇਅਰਮੈਨ ਨਹੀਂ ਬਣਾਇਆ, ਜਾਂ ਹੋਰ ਵੀ ਸੀ? ਤੁਸੀਂ ਕਿਵੇਂ ਉਹਨਾਂ ਨਾਲ ਜਦੋਂ ਰਹਿੰਦੇ ਸੀ ਕਿਸ ਤਰ੍ਹਾਂ ਦਾ ਤੁਹਾਡਾ ਉਹਨਾਂ ਦੇ ਨਾਲ ਵਰਤਾਰਾ ਚੱਲਦਾ ਸੀ? ਮੈਂ ਜੀ ਆਪਦੇ ਨਾ ਭੈਣ ਭਰਾਵਾਂ ਤਰ੍ਹਾਂ ਰਿਹਾ ਜੀ। ਸਰਕਾਰ ਕੌਰ ਨੇ ਮੈਨੂੰ ਵੀਰ ਜੀ ਆਖਿਆ ਤੇ ਮੈਂ ਇਹਨੂੰ ਭੈਣਾਂ ਤੋਂ ਵੱਧ ਸਤਿਕਾਰ ਦਿੰਦਾ ਸੀ ਸਰਕਾਰ ਕੌਰ ਨੂੰ। ਇਹ ਜੀ ਵੇਖੋ ਮੇਰੀ ਦਾਦੀ ਦੀ ਡੈਥ ਹੋ ਗਈ। ਉੱਥੇ ਆ ਗਿਆ ਜੀ ਬੱਬੂ, ਸਰਦਾਰ ਜੋਗਿੰਦਰ ਸਿੰਘ ਜਿੰਦੂ ਦਾ ਐਮਐਲਏ ਦਾ ਲੜਕਾ। ਕੋਈ ਮੇਰੇ ਬੇਟੇ ਦਾ ਵਿਆਹ ਨਹੀਂ ਸੀ ਜਿਹੜਾ ਮੈਂ ਕਾਰਡ ਦੇ ਕੇ ਸੱਦਿਆ ਸੀ। ਇਹ ਲਾਡੀ ਕਹਿੰਦਾ ਵੀ ਉਹ ਇੱਧਰ ਬੱਬੂ ਕਿਉਂ ਆਇਆ? ਫਿਰ ਬੈਸ ਭਰਾ ਲੁਧਿਆਣੇ ਵਾਲੇ ਉਹਨਾਂ ਦੇ ਪੀਏ ਆ ਗਏ, ਉਹ ਵੀ ਆ ਗਏ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆ ਗਿਆ। ਫਿਰ ਇਹਦੇ ਨਾਲ ਸੀ ਜਿਹੜੇ ਬੰਦੇ, ਉਹਨਾਂ ਮੇਰੀ ਫੇਸਬੁੱਕ 'ਤੇ ਫੋਟੋਆਂ 'ਤੇ ਪਾਇਆ ਵੀ ਇਹ ਲੀਡਰ ਵੱਡਾ, ਇਹਦੇ ਤਾਂ ਆਉਂਦੇ ਨੇ ਲੋਕ। ਅਤੇ ਬਾਕੀ ਪਤਾ ਤਾਂ ਹੁਣ ਲੱਗੂ ਲੀਡਰ ਵੱਡੇ ਦਾ ਛੋਟੇ ਦਾ ਜਦੋਂ ਇਲੈਕਸ਼ਨ ਮੈਦਾਨ 'ਚ ਆ ਗਏ। ਹੁਣ ਪਤਾ ਲੱਗੂ ਵੱਡਾ ਲੀਡਰ ਕੌਣ ਹੈ ਕਿ ਛੋਟਾ ਕੌਣ ਹੈ। ਹੁਣ ਪਤਾ ਲੱਗੂ। ਇੱਕ ਇੱਕ ਵੋਟ ਕੀਮਤੀ ਹੈ ਜੀ। ਇੱਕ ਵੋਟ। ਤੁਹਾਡੇ ਸਾਫ਼ ਗੁੱਸਾ ਜਿਹੜਾ ਤੁਹਾਡੇ ਚਿਹਰੇ 'ਤੇ ਝਲਕ ਰਿਹਾ ਕਿ ਤੁਹਾਨੂੰ ਕਾਫੀ ਗੁੱਸੇ ਹੈ। ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਨਾਲ ਕਾਫੀ ਗੁੱਸੇ ਗਿਲੇ ਲੱਗਦੇ ਆ, ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਨੂੰ ਦੇਖ ਕੇ। ਕੀ ਇਹੋ ਜਿਹੀਆਂ ਗੱਲਾਂ ਰਹਿ ਗਈਆਂ ਜਿਹਦੇ ਨਾਲ ਕੜੱਤਨ ਇੰਨੀ ਵੱਧ ਗਈ ਕਿ ਤੁਸੀਂ ਦੂਰੀਆਂ ਬਣਾ ਲਈਆਂ? ਕੋਈ ਮੇਨ ਇਹੋ ਜਿਹੀ ਗੱਲ? ਵੇਖੋ ਜੀ ਸੁਖ ਜੀ, ਮੈਂ ਇੰਨਾ ਇਹ ਬੰਦੇ ਦਾ ਕੀਤਾ। 2012 ਤੋਂ ਬਾਅਦ ਬਲਾਕ ਸੰਮਤੀ ਦੀਆਂ ਚੋਣਾਂ ਆ ਗਈਆਂ। ਮੈਂ ਇਹਦੇ ਨਾਲ ਤਨੋਂ ਮਨੋਂ ਤੁਹਾਨੂੰ ਸਾਂ ਵੀ ਮੈਂ ਕਿਹਾ ਵੀ ਹੋਰ ਨਾ ਕੋਈ ਟਿਕਟ। ਮੈਂ ਇਹਨੂੰ ਆਖਿਆ ਵੀ ਟਿਕਟਾਂ ਲਿਆ, ਟਿਕਟਾਂ ਤੂੰ ਵੰਡ, ਕੱਲ੍ਹ ਨੂੰ ਆਪਾਂ ਨੂੰ ਟਿਕਟ ਦੀ ਫਿਰ ਦਾਅਵੇਦਾਰੀ ਕੋਈ ਖਰਾਬ ਨਾ ਕਰੇ। ਮੈਨੂੰ ਆਂਦਾ ਵੀ ਉੱਥੇ 1000 ਰੁਪਈਆ ਲੈਂਦੇ ਨੇ ਇੱਕ ਟਿਕਟ ਦਾ, ਫੀਸ ਜਮ੍ਹਾਂ ਕਰਾਉਂਦੇ ਨੇ। ਪਤਾ ਨਹੀਂ ਝੂਠ ਹੈ ਕਿ ਸੱਚ। ਇਹ 20000 ਰੁਪਈਆ ਮੈਂ ਦਿੱਤਾ ਅਤੇ 25000 ਰੁਪਈਆ ਗੋਗੀ ਪਿਆਰੇ ਨੂੰ ਜਿਉਂਦਾ ਜਾਗਦਾ ਜਾ ਕੇ ਪਿਆਰੇ ਨੂੰ ਪੁੱਛੋ 25 ਉਹਨੇ ਦਿੱਤਾ। 45000 ਰੁਪਈਆ ਇਕੱਠਾ ਕਰਕੇ ਰਾਤ ਇਹਨੂੰ ਦਿੱਤਾ ਅਤੇ ਇਹ ਲੈ ਕੇ ਗਿਆ। ਉਹ ਕਾਹਦੀਆਂ ਟਿਕਟਾਂ ਸੀਗੀਆਂ? ਬਲਾਕ ਸੰਮਤੀ ਦੀਆਂ ਜੀ। ਆਂਦਾ ਵੀ ਉੱਥੇ 1000 ਰੁਪਈਆ ਦੇਣਾ ਪੈਂਦਾ ਹੈ ਟਿਕਟ ਲੈਣ ਵਾਸਤੇ, ਉੱਥੇ ਦਫ਼ਤਰ 'ਚ ਜਮ੍ਹਾਂ ਕਰਾਉਣੇ ਪੈਂਦੇ ਆ। ਇਹ ਕਾਫੀ ਰਿਕਾਰਡਿੰਗਾਂ ਵੀ ਵਾਇਰਲ ਹੋ ਰਹੀਆਂ ਨੇ ਕਿ ਰੇਤਾ ਦੇ ਵਿੱਚੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਾਂ ਰੇਤਾ ਵੇਚਦੇ ਆ। ਬਹੁਤ ਸਾਰੇ ਲੋਕ ਇਲਜ਼ਾਮ ਲਾਉਂਦੇ ਪਏ ਆ ਇਹਨਾਂ 'ਤੇ। ਉਹਦੇ 'ਚ ਕਿੰਨੀ ਕੁ ਸੱਚਾਈ ਆ? ਤੁਸੀਂ 10 ਸਾਲ ਦਾ ਸਮਾਂ ਜਿਹੜਾ ਤਕਰੀਬਨ ਉਹਨਾਂ ਦੇ ਨਾਲ ਰਹੇ ਹੋ, ਕੀ ਲੱਗਦਾ ਉਹ ਲੋਕ ਸੱਚੇ ਨੇ? ਜਿਹੜੀ ਇਹ ਰੇਤਾ ਦੀ ਕਾਲਾਬਾਜ਼ਾਰੀ ਚੱਲ ਰਹੀ ਉਹਦੇ 'ਚ ਇਹਨਾਂ ਦਾ ਕੋਈ ਹੱਥ ਹੈ ਜਾਂ ਨਹੀਂ ਹੈ? ਵੇਖੋ ਸੁਖ ਜੀ, ਮੈਨੂੰ ਤੁਹਾਨੂੰ ਪੁੱਛਣ ਦੀ ਲੋੜ ਨਹੀਂ। ਤੁਸੀਂ ਰੋਡ 'ਤੇ ਜਾਂਦੇ ਜੇ ਰਿਹਾਲੀ ਪੰਪ ਹੈ, ਉੱਥੇ ਦੇ ਟਰੈਕਟਰ ਟਰਾਲੀਆਂ ਭਰੇ ਹੁੰਦੇ ਆਟੋਮੈਟਿਕ। ਤੁਸੀਂ ਵੇਖ ਲਓ ਵੀ ਸੱਚ ਹੈ ਕਿ ਝੂਠ ਹੈ। ਮੈਂ ਤਾਂ ਆਪਦੇ ਮੂੰਹ ਕੁਛ ਨਹੀਂ ਕਹਿੰਦਾ ਤੁਹਾਨੂੰ। ਉੱਥੇ ਦੇ ਟਰੈਕਟਰ ਭਰੇ ਖੜੇ ਹੁੰਦੇ ਆ ਟਰਾਲੇ। ਸਿੱਧੂ ਫਾਰਮ ਉੱਤੇ ਲਿਖਿਆ, ਤੁਸੀਂ ਵੇਖ ਲਓ। ਕਹਿੰਦੇ ਨੇ ਹੋਰ ਕਿਸੇ ਦੇ ਆਏ ਨਹੀਂ। ਤੁਹਾਡੇ ਸਾਹਮਣੇ ਕਦੇ ਨਹੀਂ ਗੱਲਬਾਤ ਹੋਈ ਸੀ? ਤੁਸੀਂ ਕਦੇ ਨਹੀਂ ਦੇਖਿਆ ਇਹਨਾਂ ਨੂੰ ਰੇਤਾ ਦੀ ਗੱਲ ਕਰਦਿਆਂ ਜਾਂ ਡੀਲ ਕਰਦਿਆਂ ਵੀ ਯਾਰ ਰੇਤਾ ਜੀ ਆ ਜਾਂ ਟਰਾਲੀਆਂ ਚੱਲਦੀਆਂ? ਕਦੇ ਵੀ ਨਹੀਂ ਤੁਹਾਡਾ ਧਿਆਨ ਪਿਆ ਸੀ? ਵੇਖੋ ਸੁਖ ਜੀ, ਜਦੋਂ ਸਰਕਾਰ ਬਣੀ ਆ 4-5 ਦਿਨਾਂ ਦੇ ਬਾਅਦ ਇਹ ਮੇਰੇ ਕੋਲ ਟਰਾਲਾ, ਮੇਰਾ 14 ਸਾਲ ਦਾ ਟਰਾਲਾ, ਮੇਰਾ ਵੱਡਾ ਟਰਾਲਾ ਲੈ ਕੇ ਗਿਆ। ਆਂਦਾ ਵੀ ਮੈਂ ਰੇਤਾ 'ਤੇ ਲਾਉਣਾ। ਇਸ ਗੱਲ ਦਾ ਤਾਂ ਮੈਨੂੰ ਖੁਦ ਪਤਾ। ਇਹਦਾ ਟਰਾਲਾ ਨਹੀਂ ਸੀ ਤਿਆਰ ਹੋਇਆ ਅਤੇ ਮੇਰਾ ਟਰਾਲਾ ਆਪਦਾ ਲੈ ਕੇ ਗਿਆ ਸੀ। ਸਰਕਾਰ ਬਣਦਿਆਂ ਦੇ ਨਾਲ ਹੀ ਕੁਝ ਦਿਨਾਂ ਬਾਅਦ? ਹਾਂਜੀ, ਹਫ਼ਤੇ ਇੱਕ ਬਾਅਦ ਜੀ।
ਇਸ ਦਾ ਮਤਲਬ ਜਿਹੜੀਆਂ ਉਹ ਰਿਕਾਰਡਿੰਗਾਂ ਵਾਇਰਲ ਹੋ ਰਹੀਆਂ ਨੇ ਜਾਂ ਲੋਕ ਇਲਜ਼ਾਮ ਲਾ ਰਹੇ ਨੇ ਕਿ ਜਿਹੜੀ ਰੇਤਾ ਦੀ ਕਾਲਾਬਾਜ਼ਾਰੀ ਚੱਲ ਰਹੀ ਹੈ ਉਹ ਮੌਜੂਦਾ ਵਿਧਾਇਕਾ ਹੀ ਚਲਾ ਰਹੇ ਨੇ, ਇਹਦਾ ਮਤਲਬ ਇਹ ਸੱਚਾਈ ਆ? ਬਿਲਕੁਲ ਜੀ, 101% ਸੱਚਾਈ, ਇਹਦੇ 'ਚ ਕੋਈ ਝੂਠ ਨਹੀਂਗਾ। ਹੋਰ ਕੋਈ ਗੱਲ ਤੁਸੀਂ ਦੱਸਣੀ ਚਾਹੋ ਜੋ ਤੁਹਾਡੀ ਨਜ਼ਦੀਕੀ ਹੋਵੇ, ਤੁਸੀਂ ਨਜ਼ਦੀਕ ਰਹੇ ਹੋ ਮਤਲਬ ਕੋਈ ਇਹੋ ਜਿਹੀ ਗੱਲ ਹੋਈ ਹੋਵੇ ਜਿਹਦੀ ਤੁਹਾਨੂੰ ਵਾਕਿਆ ਠੇਸ ਲੱਗੀ ਹੋਵੇ ਵੀ ਯਾਰ ਮੈਂ ਤਾਂ ਇੰਨਾ ਕੀਤਾ ਕਿਸੇ ਦਾ ਤੇ ਪਰ ਮੇਰੇ ਨਾਲ ਆਹ ਕੁਝ ਕੀਤਾ? ਬਿਲਕੁਲ ਜੀ, ਮੇਰੇ ਨਾ ਮੈਂ ਕੋਠੀ ਪਾਈ ਜਾਂਦਾ ਜੀ, ਇੱਕ ਆਪਦੀ ਤਿਆਰ ਕਰੀ ਜਾਂਦਾ। ਮੇਰੀ ਇੱਕ ਕਿੱਲੇ ਦੀਆਂ ਟਾਈਲਾਂ ਲੱਗਣੀਆਂ ਸੀ ਗਲੀ ਵਾਸਤੇ, ਤੇ 4-5 ਵਾਰੀ ਮੈਂ ਰਿਕੁਐਸਟ ਕੀਤੀ, ਮੈਂ ਜੀ ਨੇਤਾ ਜੀ ਇੰਨੀ ਮੇਰੇ ਗਲੀ ਵੀ ਟਾਈਲਾਂ ਲਾ ਦਿਓ ਮੇਰੀ ਗਲੀ ਵਾਸਤੇ। 3 ਵਾਰਾਂ 4 ਵਾਰਾਂ ਡਾਕਟਰ ਸਾਹਿਬ ਮਿਣੋ ਜਿਵੇਂ ਬੰਦੇ ਨੂੰ ਮਖੌਲ ਕਰੀਦੇ ਆ। ਤੇ ਬਾਕੀ ਮਹਾਰਾਜ ਨੇ ਮੈਨੂੰ ਬਹੁਤ ਕੁਝ ਦਿੱਤਾ, ਮੈਂ ਘਰੋਂ ਲਵਾ ਲਾਂਗਾ ਜੀ, ਮੈਨੂੰ ਕੋਈ ਦੁੱਖ ਨਹੀਂ। ਬਾਕੀ ਦੁੱਖ ਆਇਆ ਇਸ ਬੰਦੇ 'ਤੇ ਵੀ ਜਿੰਨਾ ਮੈਂ ਤਨੋਂ ਮਨੋਂ ਤੁਹਾਨੂੰ ਇਸ ਬੰਦੇ ਦੀ ਸੇਵਾ ਕੀਤੀ ਸੀ, ਇਹਨੇ ਮੈਨੂੰ ਗੁੱਠੇ ਲਾਇਆ ਜੀ। ਹੋਰ ਕਿੰਨਾ ਕੁ ਤੁਸੀਂ ਜਿਹੜਾ ਪੈਸਾ ਇਹਨਾਂ ਨੂੰ ਕਿਸੇ ਮਾਧਿਅਮ ਰਾਹੀਂ ਦਿੱਤਾ ਹੋਵੇ, ਕੋਈ ਹੋਰ ਹੈ ਧਿਆਨ 'ਚ? ਵੇਖੋ ਜੀ, ਉਹਨਾਂ ਟਾਈਮਾਂ ਦੇ ਵਿੱਚ ਜਿੱਥੇ ਕਿਤੇ ਵਿਆਹ 'ਤੇ ਜਾਂਦੇ ਸਾਂ ਅਸੀਂ ਆਪਦੀ ਜੇਬ 'ਚੋਂ ਕੱਢ ਕੇ ਸ਼ਗਨ ਆਉਂਦੇ ਹੁੰਦੇ ਸਾਂ, ਤੇ ਕਾਰਡ 'ਚ ਪਾਉਂਦੇ ਵੀ ਇੱਥੇ ਸ਼ਗਨ 'ਤੇ ਆਪਾਂ ਅਗਾਂਹ ਵੋਟਾਂ ਲੈਣੀਆਂ ਨੇ। ਇੱਥੋਂ ਤੱਕ ਮੈਂ ਇਸ ਬੰਦੇ ਨਾਲ ਰਿਹਾ, ਇੰਨਾ ਮੈਂ ਕੀਤਾ ਹੋਵੇ ਤੇ ਫਿਰ ਵੀ ਮੈਨੂੰ ਗੁੱਠੇ ਲਾਵੇ, ਮੈਨੂੰ ਕੋਈ ਦੱਸੇ ਵੀ ਮੇਰੇ 'ਚ ਕਮੀ ਕੀ ਸੀ। ਇਹਨੇ ਮੈਨੂੰ ਇੰਨਾ ਪਿੱਛਾ, ਹੁਣ ਇਹ ਕੱਲ੍ਹ ਪਰਸੋਂ ਇਹ ਗੱਡੀ ਜਾਣਦਾ ਪਿਆ ਸੀ, ਮੇਰੇ ਲੱਗਦੇ ਪਏ ਸੀ ਦੂਜੇ ਆਪਣੇ ਬੋਰਡ, ਜਿੱਦਣ ਮੈਂ ਆਮ ਪਾਰਟੀ ਜੁਆਇਨ ਕੀਤੀ ਆ, ਮੇਰੇ ਤੇ ਡਾਕਟਰ ਸਾਹਿਬ ਦੇ ਲੱਗਦੇ ਪਏ ਬੋਰਡ, ਤੇ ਇਹਦੇ ਆਂਦਾ ਵੀ ਮੈਂ ਤਾਂ ਇਹਦਾ ਵਿੱਚ ਗੱਡੀ 'ਤੇ ਆਂਦਾ ਮੈਂ ਇਹਦਾ ਪਰਚਾ ਕਰਾ ਦੇਣਾ ਜੀ। ਮੈਨੂੰ ਤਾਂ ਮੈਨੂੰ ਇਹਦੇ ਤੋਂ ਮੇਰੀ ਜਾਨ ਨੂੰ ਜੇ ਮੇਰਾ ਨੁਕਸਾਨ ਹੋਇਆ, ਜਾਨ ਦਾ ਜ਼ਿੰਮੇਵਾਰ ਇਹ ਲਾਡੀ ਆ ਤੇ ਲਾਡੀ ਦਾ ਪਰਿਵਾਰ ਹੈ। ਜੇ ਮੇਰਾ ਮਾਲੀ ਕੋਈ ਵੀ ਨੁਕਸਾਨ ਹੋਇਆ, ਮੈਂ ਇਹਦਾ ਇਹ ਜ਼ਿੰਮੇਵਾਰ ਹੋ ਗਿਆ। ਕੱਲ੍ਹ ਨੂੰ ਮੈਨੂੰ ਕੁਛ ਵੀ ਕਿਸੇ ਚੱਕਰ 'ਚ ਇਹ ਫਸਾ ਸਕਦਾ, ਕਿਉਂਕਿ ਸਰਕਾਰ ਇਹਨਾਂ ਦੀ ਆ। ਬਾਕੀ ਮੈਂ ਇੱਕ ਗੱਲ ਕਹਿਣਾ ਹਾਈ ਕਮਾਂਡ ਨੂੰ ਵੀ ਜੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਟਿਕਟਾਂ ਦੇ ਦਿੱਤੀਆਂ, ਬਸ ਫਿਰ ਤਾਂ ਸਰ ਗਿਆ। ਇੱਕ ਮੌਕਾ ਇਹਨਾਂ ਨੂੰ ਮਿਲਿਆ ਸੀ ਬਹੁਤ ਵਧੀਆ। ਇਹਨਾਂ ਇੱਕ ਦਿਨ ਇੰਟਰਵਿਊ ਦੇ ਵਿੱਚ ਕਰਦਾ ਪਿਆ ਸੀ, ਮੈਂ ਦਿਹਾਤੀ ਵਾਲਿਆਂ ਦਾ ਦੇਣ ਨਹੀਂ ਦੇ ਸਕਦਾ ਜੀ। ਠੀਕ ਹੈ ਜੀ, ਵਧੀਆ ਕੀਤਾ, ਦਿਹਾਤੀ ਵਾਲਿਆਂ ਦਾ ਵਾਕਿਆ ਨਹੀਂ ਤੂੰ ਦੇਣ ਦੇ ਸਕਦਾ। ਉਹ ਕਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ, ਕਿਵੇਂ ਨਹੀਂ ਦੇਣ ਦੇ ਸਕਦਾ? ਤੁਸੀਂ ਹੋਰ ਤਰੀਕੇ ਨਾਲ ਕਹਿ ਰਹੇ ਹੋ? ਹਾਂਜੀ ਬਿਲਕੁਲ, ਮੈਂ ਆਪਦੇ ਵੱਲ ਵੇਣਾ ਵੀ ਜਿੱਦੇ ਤੋਂ ਦੱਸੋ ਤੁਸੀਂ। ਇਹ ਤੁਹਾਨੂੰ ਜਿੱਦਣ ਇਲੈਕਸ਼ਨ ਆਮ ਹੋ ਗਿਆ ਨਾ, ਜਿੱਦਣ ਡਿਕਲੇਅਰ ਇਲੈਕਸ਼ਨ ਹੋ ਗਿਆ, ਤੁਹਾਨੂੰ ਪਿੰਡਾਂ ਦੇ ਵਿੱਚ ਸੁੱਖ ਜੀ ਆਪੇ ਹੀ ਪਤਾ ਲੱਗੂ, ਮੈਂ ਨਹੀਂ ਦੱਸਣਾ, ਤੁਹਾਨੂੰ ਆਪੇ ਹੀ ਪਤਾ ਲੱਗੂ ਵੀ ਦਿਹਾਤੀ ਦਾ ਧੰਨਵਾਦ ਕਿਵੇਂ ਦਿਹਾਤੀ ਵਾਲੇ ਧੰਨਵਾਦ ਇਹਦਾ ਹੁਣ ਕਰਦੇ ਨੇ। ਵੇਖਿਆ ਜੇ ਤੁਸੀਂ ਆਪ ਹੀ ਵੇਖਿਆ ਜੇ ਵੀ ਸਵਾਗਤ ਇਹਨਾਂ ਦਾ ਕੀ ਹੁੰਦਾ ਹੈ, ਇਹਨਾਂ ਬੰਦਿਆਂ ਦਾ। ਵੇਖੋ ਜੀ, ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਸੁੱਖ ਜੀ, ਮੇਰੇ ਤਾਂ ਦਾਦੀ ਜੀ ਦੇ ਭੋਗ 'ਤੇ ਮੰਨ ਕੇ ਚੱਲ ਸਰਦਾਰ ਜੋਗਿੰਦਰ ਸਿੰਘ MLA ਸਾਹਿਬ ਦਾ ਬੇਟਾ ਆ ਗਿਆ ਬੱਬੂ ਜੀ, ਜਿੱਦਣ ਇਹਦੇ ਸਹੁਰਾ ਸਾਹਿਬ ਦੀ ਡੈਥ ਹੋਈ ਸੀ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਆਖਣਾ ਚਾਹੁੰਦਾ ਵੀ ਉਦਣ ਜਿੱਦਣ ਇਹਦੇ ਸਹੁਰੇ ਸਾਹਿਬ ਸਾਰੇ ਅਕਾਲੀ ਸੀ, ਜਿੰਨੇ ਵੀ ਆਏ ਸੀ ਅਕਾਲੀ ਦਲ ਦੇ ਸਾਰੇ ਲੀਡਰ ਸੀ, ਪੱਗ ਵੀ ਅਕਾਲੀ ਦਲ ਦੀ ਆਈ ਸੀ। ਉਦਣ ਤਾਂ ਨਹੀਂ ਇਹਨੇ ਗੁੱਸਾ ਕੀਤਾ ਵੀ ਮੇਰੇ ਰਿਸ਼ਤੇਦਾਰ ਵੀ ਅਕਾਲੀ ਨੇ। ਉਦਣ ਆਂਦਾ ਮੇਰੀ ਦਾਦੀ ਦੇ ਤਾਂ ਸਰਦਾਰ ਜੋਗਿੰਦਰ ਸਿੰਘ MLA ਸਾਹਿਬ ਦਾ ਬੇਟਾ ਆ ਗਿਆ, ਅਤੇ ਇਹਨੂੰ ਦੁੱਖ ਲੱਗਾ ਵੀ ਇਹਦਾ ਵੀ MLA ਦਾ ਬੇਟਾ ਕਿਉਂ ਆਇਆ। ਅਤੇ ਜਦੋਂ ਉੱਧਰ ਆਪਦੇ ਸਹੁਰੇ ਵਾਲੇ ਸਾਰੇ ਆਈ ਅਕਾਲੀ ਸੀ, ਸੂਬਾ ਸਿੰਘ ਦਾ ਮੁੰਡਾ ਪੱਗ ਲੈ ਕੇ ਆਇਆ ਸੀ, ਅਸੀਂ ਭੋਗ 'ਤੇ ਸਾਂ, ਇੱਕ ਵੀ ਕਾਂਗਰਸੀ ਨਹੀਂ ਉੱਥੇ ਗਿਆ। ਉਦਣ ਪਾਰਟੀ ਨਹੀਂ, ਉਦਣ ਵੀ ਇਹਨੂੰ ਪਾਰਟੀ ਨਹੀਂ ਦਿੱਤੀ ਕਿ ਸਾਡੇ ਵਰਕਰਾਂ ਵਾਲੀ ਪਾਰਟੀ ਦਿੱਤੀ ਆ। ਇੱਕ ਤੁਸੀਂ ਆਫ ਕੈਮਰਾ ਮੈਨੂੰ ਗੱਲ ਦੱਸ ਰਹੇ ਸੀ ਕਿ ਕੋਈ ਗੱਡੀ ਵੀ ਤੁਸੀਂ ਇਹਨਾਂ ਨੂੰ ਦਿੱਤੀ ਸੀ ਆਪਦੇ ਕੋਲੋਂ, ਕੋਈ ਉਹ ਵੀ ਹੈ ਗੱਲਬਾਤ? ਵੇਖੋ ਜੀ, ਇਹ ਸੁੱਖ ਜੀ, ਇਹ ਗੱਡੀ XUV ਨਵੀਂ ਲਈ ਸੀ ਮੈਂ, ਨਵੀਂ ਲਈ ਤੇ ਮੇਰੀ ਗੱਡੀ ਲੈ ਕੇ ਮੰਗ ਕੇ ਡਰਾਈਵਰ ਸਾਹਿਬ ਨੇ ਨਸ਼ਾ ਕੀਤਾ ਸੀ ਨਾਲ ਰੱਜ ਕੇ। ਬਸਤੀ ਭਗਤ ਸਿੰਘ ਦੇ ਕੋਲ ਟੱਟਾ ਆ ਗਿਆ ਕਾਲੇ ਰੰਗ ਦਾ, ਗੱਡੀ ਸਾਰੀ ਮੇਰੀ ਟੁੱਟ ਗਈ, ਏਅਰ ਬੈਗ ਖੁੱਲ੍ਹ ਗਏ, ਸਾਰਾ ਕੁਝ ਖੁੱਲ੍ਹ ਗਿਆ। 13,46,000 ਦੀ ਮੈਂ ਨਵੀਂ ਲਈ ਸੀ, 3-3.5 ਲੱਖ ਰੁਪਈਆ ਲਾ ਕੇ ਉਹ 9.5 ਲੱਖ ਦੀ ਵੇਚ ਕੇ ਫਿਰ ਮੈਨੂੰ ਗੱਡੀ ਫੋਰਚੂਨਰ 23 ਨੰਬਰ ਲੈ ਕੇ ਦਿੱਤੀ ਜੀ ਇਹ ਬੰਦੇ ਨੂੰ। ਮੈਂ ਇੰਨਾ ਪਾਰਟੀ ਦਾ ਕੀਤਾ, ਮੈਂ 23 ਨੰਬਰ ਫਿਰ ਗੱਡੀ ਇਹਨੂੰ ਲੈ ਕੇ ਦਿੱਤੀ। ਯਾਰ ਕੋਈ ਨਹੀਂ, ਮੈਂ ਤਾਂ ਹੀ ਤਨੋਂ ਮਨੋਂ ਤੁਹਾਨੂੰ ਇਸ ਬੰਦੇ ਦੀ ਸੇਵਾ ਕੀਤੀ ਹੈ, ਜਿੰਨੀ ਮੈਂ ਸੇਵਾ ਕੀਤੀ। ਇਲਾਕੇ ਨੂੰ ਪੁੱਛ ਲਓ ਸੁੱਖ ਜੀ, ਮੈਂ ਆਪਦੇ ਮੂੰਹ ਨਹੀਂ ਆਂਦਾ, ਇਲਾਕੇ ਨੂੰ ਪੁੱਛ ਲਓ, ਜੇ ਮੇਰੇ 'ਚ ਗਲਤੀ ਸੀ ਮੈਨੂੰ ਦੱਸਦਾ ਵੀ ਤੇਰੇ 'ਚ ਆਹ ਗਲਤੀ ਹੈ। ਨਹੀਂ, ਤੁਸੀਂ ਇੰਨੀਆਂ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ, ਗਿਫਟ ਕਰਦੇ ਰਹੇ, ਪੈਸਾ ਹੀ ਵੰਡਦੇ ਰਹੇ, ਕੀ ਤੁਹਾਨੂੰ ਵੀ ਕੋਈ ਲਾਲਚ ਸੀਗਾ ਕਿ ਮੈਨੂੰ ਅੱਗੋਂ ਕੁਛ ਉਹੋ ਜਿਹੀ ਚੀਜ਼ ਮਿਲੇਗੀ, ਜਾਂ ਕੋਈ ਜਿਵੇਂ ਤੁਸੀਂ ਗੱਲ ਕੀਤੀ ਕਿ ਮੇਰੀ ਤਾਂ ਗਲੀ ਤੱਕ ਨਹੀਂ ਬਣਾਏਗੀ, ਕੋਈ ਇਹੋ ਜਿਹਾ ਲਾਲਚ ਤੁਹਾਡੇ ਮਨ ਦੇ ਵਿੱਚ ਵੀ ਸੀਗਾ? ਵੇਖੋ ਸੁੱਖ ਜੀ, ਮੈਨੂੰ ਕੋਈ ਲਾਲਚ ਨਹੀਂ ਸੀ। ਮੇਰੇ ਤਾਂ ਵੇਖੋ ਲਾਲਚ ਕੀ ਆ, ਮੈਂ ਇਹਦਾ ਵੀ 2012 'ਚ ਹਾਰ ਚੁੱਕਾ ਸੀ, ਫਿਰ ਇਹਦੇ ਤੇ ਕਤਲ ਕੁਤਲ ਪੈ ਗਿਆ। ਮੈਂ ਤਾਂ ਇੱਕ ਦਿਲੋਂ ਇਸ ਬੰਦੇ ਦੀ ਕਰਦਾ ਸਾਂ ਵੀ ਇਹ ਬੰਦੇ ਨੂੰ ਕੁਛ ਨਾ ਕੁਛ ਬੰਦਾ ਜੇ ਐਤਕੀ ਹਾਰ ਗਿਆ ਤੇ ਇਹਦਾ ਮੂੰਹ ਖੁਰ ਨਹੀਂ ਰਹਿਣਾ। ਆਪਾਂ ਤਾਂ ਤਨੋਂ ਮਨੋਂ ਤੁਹਾਨੂੰ ਇਹਦੀ ਸੇਵਾ ਕੀਤੀ ਹੈ। ਤੇ ਹੁਣ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ, ਕਿਹਦੀ ਅਗਵਾਈ ਦੇ ਵਿੱਚ ਜੁਆਇਨ ਕੀਤੀ ਹੈ? ਇਹ ਡਾਕਟਰ ਆਸ਼ੂ ਬੰਗਰ ਦੀ। ਕਦੋਂ ਕੀਤੀ ਹੈ? ਇਹ ਜੀ ਪਰਸੋਂ ਕੀਤੀ ਹੈ ਜੀ।
ਅੱਛਾ, ਹੁਣ ਇਹ ਤਾਂ ਨਹੀਂ ਕਿਤੇ ਜਿਵੇਂ ਤੁਸੀਂ ਉੱਧਰ ਕਿਹਾ ਸੀ ਕਿ ਮੈਂ ਚੇਅਰਮੈਨ ਹੀ ਨਹੀਂ ਮੈਨੂੰ ਦਿੱਤੀ, ਜਾਂ ਉੱਧਰ ਤੁਹਾਡਾ ਰੌਲਾ ਚੱਲਦਾ ਸੀ, ਇਹੋ ਜਿਹਾ ਰੌਲਾ ਇੱਧਰ ਤਾਂ ਨਹੀਂ ਚੱਲੂਗਾ ਕਿ ਮੈਨੂੰ ਇੱਧਰ ਵੀ ਕੋਈ ਨਾ ਕੋਈ ਅਹੁਦਾ ਦਿਓ, ਜਾਂ ਵਾਕਈ ਸੇਵਾ ਭਾਵਨਾ ਨਾਲ ਆਇਓ? ਨਹੀਂ ਜੀ, ਮੈਂ ਤਾਂ ਡਾਕਟਰ ਸਾਹਿਬ ਦਾ ਨਾ ਜੀ ਬਹੁਤ ਵੇਖ ਕੇ ਇਹਦਾ ਬੰਦੇ ਨੂੰ ਵੇਖ ਕੇ ਇਹਦੇ ਮਾਧਿਅਮ ਤੋਂ ਤਾਂ ਮੈਂ ਇਹਨੂੰ ਹਾਂ ਕੀਤੀ ਆ। ਵੇਖੋ ਜੀ, ਹਸਪੀਟਲ ਦੇ ਵਿੱਚ ਇੱਕ ਬੰਦਾ ਮਰਦਾ ਪਿਆ ਸੀ, ਕਿਤੋਂ ਬੈੱਡ ਨਹੀਂ ਸੀ ਮਿਲਦੇ। ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ, ਮੈਨੂੰ ਕੋਈ ਜਾਣਦਾ ਨਹੀਂ ਸੀ, ਕੋਈ ਪਛਾਣਦਾ ਨਹੀਂ ਸੀ। ਮੈਂ ਡਾਕਟਰ ਸਾਹਿਬ ਤੋਂ ਕਿਸੇ ਤੋਂ ਨੰਬਰ ਲੈ ਕੇ ਡਾਕਟਰ ਸਾਹਿਬ ਨੂੰ ਫੋਨ ਕੀਤਾ, ਮੈਂ ਡਾਕਟਰ ਸਾਹਿਬ ਵੀ ਆ ਮਰੀਜ਼ ਸਾਡਾ ਆਉਂਦਾ। ਡਾਕਟਰ ਸਾਹਿਬ ਨੇ ਬਹੁਤ ਹੈਲਪ ਕੀਤੀ। ਫਿਰ ਉਹ ਬੰਦੇ ਵੀ ਮਾਤੜ ਸੀ, ਤਗੜੇ ਨਹੀਂ ਸੀ। 50,000 ਬਿੱਲ ਬਣਿਆ ਸੀ ਅਤੇ ਇਹਨੇ 28,000 ਰੁਪਈਆ ਬਿੱਲ ਡਾਕਟਰ ਸਾਹਿਬ ਨੇ 22,000 ਰੁਪਈਆ ਛੱਡਤਾ ਸੀ। ਮੈਂ ਤਾਂ ਉਹਦੇ ਕੰਮਾਂ ਨੂੰ ਵੇਖ ਕੇ ਜੀ ਆਮ ਪਾਰਟੀ ਦਾ ਪੱਲਾ ਫੜਿਆ। ਇਹ ਨਾ ਹੋਵੇ ਕਿ ਡਾਕਟਰ ਸਾਹਿਬ ਅੱਜ ਬਿੱਲ ਮਾਫ ਕਰ ਰਿਹਾ ਤੁਹਾਡੇ, ਅੱਜ ਤੁਹਾਡੀ ਮਦਦ ਕਰ ਰਿਹਾ, ਤੇ ਵੋਟਾਂ ਤੋਂ ਬਾਅਦ ਉਹ ਵੀ ਮੌਜੂਦਾ ਵਿਧਾਇਕਾਂ ਦੀ ਤਰ੍ਹਾਂ ਚੰਡੀਗੜ੍ਹ ਜਾ ਕੇ ਬੈਠ ਜਾਣ ਜਾਂ ਪਾਸੇ ਚਲੇ ਜਾਣ। ਕੀ ਲੱਗਦਾ ਜਿੰਨਾ ਕੁ ਤੁਸੀਂ ਉਹਨਾਂ ਨੂੰ ਮਿਲੇ ਗਿਲੇ ਹੋ, ਕੁਝ ਹੈ ਕੋਈ ਸ਼ੰਕਾ? ਵੇਖੋ ਸੁਖ ਜੀ, ਕੋਈ ਬਿੱਲ ਛਡਾਉਣ ਦੀ ਸਾਡੀ ਨਹੀਂ ਸੀ। ਉਹਨੇ ਇੱਕ ਸਤਿਕਾਰ ਉਹਨਾਂ ਬੰਦਿਆਂ ਨੂੰ, ਮਾਤੜਾਂ ਨੂੰ ਵੇਖ ਕੇ, ਗਰੀਬ ਬੰਦਿਆਂ ਨੂੰ ਵੇਖ ਕੇ ਡਾਕਟਰ ਸਾਹਿਬ ਨੇ ਸਤਿਕਾਰ ਕੀਤਾ। ਆਪਾਂ ਇਹ ਨਹੀਂ ਸੀ ਆਖਿਆ, ਸਾਨੂੰ ਕਿਤੇ ਬੈੱਡ ਹੀ ਨਹੀਂ ਸੀ ਮਿਲਦਾ ਕਰੋਨੇ ਦੇ ਵਿੱਚ ਉਹਨਾਂ ਨੂੰ। ਅਸੀਂ ਤਾਂ ਇੱਕ ਨਾਲੇ ਤਾਂ ਉਹਨੇ ਬੈੱਡ ਲੈ ਕੇ ਦਿੱਤਾ, ਨਾਲੇ ਗਰੀਬ ਬੰਦਿਆਂ ਨੂੰ 22,000 ਰੁਪਈਆ ਛੱਡਿਆ। ਉਹ ਮੁੜ ਕੇ ਮੈਨੂੰ ਸਾਰਿਆਂ ਦੇ ਵੀ ਆਪਾਂ ਵੋਟ ਹੀ ਡਾਕਟਰ ਸਾਹਿਬ ਨੂੰ ਪਾਉਣੀ ਹੈ, ਅਤੇ ਮੈਂ ਵੀ ਆਖਿਆ ਵੀ ਠੀਕ ਹੈ ਜੀ, ਡਾਕਟਰ ਸਾਹਿਬ ਬਹੁਤ ਵਧੀਆ ਬੰਦਾ। ਮੈਂ ਆਮ ਪਾਰਟੀ ਨੂੰ, ਮੈਂ ਡਾਕਟਰ ਸਾਹਿਬ ਨੂੰ ਵੋਟ ਪਾਉਣ ਦਾ ਵਾਅਦਾ ਕੀਤਾ। ਮੈਂ ਤਾਂ ਡਾਕਟਰ ਸਾਹਿਬ ਨੇ ਇਹਦੇ ਕੰਮਾਂ ਨੂੰ ਜੀ। ਇੱਕ ਸਵਾਲ ਹੋਰ ਉੱਠਦਾ, ਹਲਕੇ ਦੇ ਵਿੱਚ ਕਾਫੀ ਚਰਚਾਵਾਂ ਚੱਲਦੀਆਂ ਪਈਆਂ ਮੌਜੂਦਾ ਵਿਧਾਇਕਾਂ ਦੀਆਂ। ਵੈਸੇ ਤਾਂ ਲੋਕ ਕਹਿੰਦੇ ਆ ਕਿ 4.5 ਸਾਲ ਇੱਥੇ ਆਏ ਹੀ ਨਹੀਂ, ਪਰ ਦੂਜੇ ਪਾਸੇ ਜਦੋਂ ਸਟੇਜ 'ਤੇ ਅਸੀਂ ਉਹਨਾਂ ਨੂੰ ਸੁਣਦੇ ਹਾਂ ਤਾਂ ਕੰਮਾਂ ਦੀ ਇੱਕ ਲਿਸਟ ਗਣਾਉਂਦੇ ਆ ਕਿ ਫਲਾਨਾ ਪਿੰਡ ਪਾਰਕ, ਫਲਾਨੇ ਪਿੰਡ ਪਾਰਕ, ਫਲਾਨੇ ਪਿੰਡ ਪਾਰਕ, ਆਹ ਗਲੀਆਂ, ਆਹ ਲੋਕਟੈਲ, ਆਹ ਫਲਾਨਾ, ਆਹ ਸਭ ਕੁਛ। ਵਿਕਾਸ ਤਾਂ ਵੈਸੇ ਉਹਨਾਂ ਨੇ ਕੀਤਾ, ਪਰ ਤੁਸੀਂ ਕਹਿ ਰਹੇ ਹੋ ਕਿ ਉਹ ਇਸ ਤਰ੍ਹਾਂ ਰਿਹਾ। ਸੁੱਖ ਜੀ, ਮੈਂ ਦਾ ਵਿਕਾਸ ਕੀਤਾ ਹੋਵੇ। ਕਿਤੇ ਇੱਕ ਦੋ ਥਾਈਂ ਪਾਰਕਾਂ ਬਣ ਗਈਆਂ ਹੋਣਗੀਆਂ, ਮੈਂ ਕਹਿ ਨਹੀਂ ਸਕਦਾ, ਬਣ ਗਈਆਂ ਹੋਣਗੀਆਂ, ਬਣਾਈਆਂ ਹੋਣਗੀਆਂ। ਬਾਕੀ ਜਿਹੜੀਆਂ ਦੂਜੇ ਦਾ ਪਾਰਕਾਂ ਆਪਦੀਆਂ ਬਣਾਈਆਂ, ਉਹ ਜ਼ਿਆਦੀਆਂ ਬਣੀਆਂ ਜੀ। ਕਿਸ ਤਰ੍ਹਾਂ ਦੀਆਂ ਆਪਦੀਆਂ ਪਾਰਕਾਂ ਦੀ ਗੱਲ ਕਰ ਰਹੇ ਹੋ? ਆਪਦੇ ਸਭ ਤੁਹਾਨੂੰ ਵੀ ਪਤਾ, ਮੇਰੇ ਸੁੱਖ ਮੂੰਹੋਂ ਕੀ ਕਢਾਉਣਾ ਚਾਹੁੰਦੇ ਜੇ ਕੀ ਜੀ। ਜੋ ਬਣਾ ਗਏ ਨੇ ਸਾਹਮਣੇ ਆ, ਮੇਰੇ ਤੁਹਾਡੇ ਵੀ ਸਾਹਮਣੇ, ਮੇਰੇ ਵੀ ਸਾਹਮਣੇ। ਕਿੰਨੀ ਕੁ ਪ੍ਰਾਪਰਟੀ ਬਣਾ ਲਈ ਹੋਣੀ ਉਹਨਾਂ ਨੇ ਇਹ ਜਿੱਤਣ ਤੋਂ ਬਾਅਦ? ਇਹ ਤਾਂ ਜੀ ਹੁਣ ਉਹਨਾਂ ਨੂੰ ਪਤਾ ਹੋਵੇ ਕਿੰਨੀ ਕੁ ਉਹਨਾਂ ਬਣਾਈ। ਇਹ ਤਾਂ ਉਹ ਆਪਦੇ ਦੱਸ ਸਕਦੇ ਵੇ ਕੀ ਬਣਾਇਆ। ਬਾਕੀ ਬਣੀ ਜ਼ਰੂਰ ਹੈ, ਇਹਦੇ 'ਚ ਕੋਈ ਦੂਰ ਰਹਿਣ ਵੀ ਨਹੀਂ ਬਣੀ, ਕੌਣ ਦਾ ਨਹੀਂ ਬਣੀ, ਬਣੀ ਹੈ ਜੀ। ਅੱਛਾ, ਤੁਸੀਂ ਜਿਵੇਂ ਕਹਿੰਦੇ ਹੋ ਕਿ ਹਾਰੇ ਟਾਈਮ 'ਤੇ ਵੀ ਇਹਨਾਂ ਦੇ ਨਾਲ ਸੀ, ਉਦੋਂ ਇਹਨਾਂ ਦੀ ਬੈਕਗਰਾਊਂਡ ਕਿਵੇਂ ਦੀ ਸੀਗੀ? ਉਦੋਂ ਕਿੰਨਾ ਕੁ ਪੈਸਾ ਸੀ, ਕਿੰਨੀ ਕੁ ਜ਼ਮੀਨ ਜਾਇਦਾਦ ਸੀ, ਤੇ ਅੱਜ ਕਿੰਨੀ ਕੁ ਝਲਕ ਆਉਂਦੀ ਆ? ਕੁਝ ਥੋੜ੍ਹਾ ਜਿਹਾ ਹਿੰਟ ਦਿਓ। ਉਦੋਂ ਜੀ ਬਹੁਤ ਥੱਲੇ ਸੀ, ਬਹੁਤ ਜ਼ਿਆਦਾ ਥੱਲੇ, ਬਹੁਤ ਡਾਊਨ ਸੀ ਇਹ ਬੰਦੇ। ਤੇ ਹੁਣ ਤਾਂ ਕਾਫੀ ਅਪ ਹੋ ਚੁੱਕੇ ਨੇ। ਹਾਂਜੀ ਹਾਂਜੀ, ਹੁਣ ਤਾਂ ਇੱਕ ਇਲਾਕੇ ਦੇ ਪੂਰੇ ਸਿਰ ਕੱਢ ਨੇ, ਜਾਇਦਾਦ ਵੱਲੋਂ ਵੀ ਅਤੇ ਲੀਡਰੀ ਵੱਲੋਂ ਵੀ। ਮਹਾਰਾਜ ਨੇ ਹੁਣ ਤਾਂ ਕੋਈ ਕਸਰ ਹੀ ਨਹੀਂ ਛੱਡੀ ਉਹਨਾਂ 'ਤੇ। ਬਾਕੀ ਉਹਨਾਂ ਨੇ ਜਿੰਨਾ ਲੋਕਾਂ ਨੇ ਸਾਥ ਦਿੱਤਾ ਸੀ ਨਾ, ਦਿਹਾਤੀ ਵਾਲਿਆਂ ਨੇ, ਬਾਕੀ ਉਹਨਾਂ ਸਾਥ ਨਹੀਂ। ਅੱਜ ਜੀ ਮੈਂ ਜੇ 10 ਸਾਲ ਬੰਦੇ ਦੀ ਸੇਵਾ ਕੀਤੀ, 9 ਸਾਲ, ਅੱਜ ਮੈਨੂੰ ਨਹੀਂ ਚੰਗਾ ਲੱਗਾ, ਇਹਨੇ ਮੇਰੇ ਕੰਮ ਨਹੀਂ ਕੀਤੇ। ਜਿਵੇਂ ਇਹਨੇ ਮੇਰੇ ਤੋਂ ਸਹੁੰ ਖਾਧੀ ਤੈਨੂੰ ਚੇਅਰਮੈਨ ਬਣਾਊਂ ਅਤੇ ਕੁਛ ਵੀ ਕਰੂੰ, ਬਾਕੀ ਇਹਦੇ ਜਿਹੜੇ ਕੰਮ ਕੀਤੇ ਆ ਵੀ ਮੈਨੂੰ ਨਹੀਂ ਚੰਗੇ ਲੱਗੇ। ਮੈਂ ਪਾਰਟੀ ਛੱਡ ਕੇ ਅੱਜ ਮੇਰਾ ਪਰਚਾ ਕਰਾਉਣ ਨੂੰ ਤਿਆਰ ਹੋਇਆ ਸੀ। ਮੈਂ ਉਹਦਾ ਪਰਚਾ ਕਰਾ ਦੂੰ। ਮੈਂ ਇਹਨੂੰ ਜਾਣਦਾ ਸੀ ਚੰਗੀ ਤਰ੍ਹਾਂ। ਜਦੋਂ ਇਹਦੇ 'ਤੇ ਪਰਚਾ ਪਿਆ ਸੀ ਨਾ, ਅਤੇ ਸਾਨੂੰ ਆਂਦਾ ਹੁੰਦਾ ਸੀ ਜੱਜ ਦੇ ਕੋਲ ਸਾਡੇ ਨਾਲ ਅੰਦਰ ਜਾਓ। ਇਹਨੂੰ ਵੀ ਪਤਾ ਵੀ ਪਰਚਾ ਕੀ ਚੀਜ਼ ਹੁੰਦਾ, ਅਤੇ ਸਾਨੂੰ ਵੀ ਪਤਾ। ਬਾਕੀ ਜੇ ਕਰੇਗਾ ਕੋਈ ਗੱਲ ਨਹੀਂ, ਸਾਡੇ ਤਾਂ ਗੁਰੂ ਰਾਮਦਾਸ ਦੇ ਅਸੀਂ ਚੱਲ ਲਾਂਗੇ। ਬਾਕੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਆਖਣ ਡਿਆ ਵੀ ਜਦੋਂ ਇਹਨੂੰ ਪਰਚਾ ਪਿਆ ਸੀ ਨਾ, ਉਦੋਂ ਇਹਨੂੰ ਪਤਾ ਵੀ ਪਰਚਾ ਕੀ ਚੀਜ਼ ਹੁੰਦਾ ਹੈ। ਅੰਦਰ ਵੀ ਨਹੀਂ ਕਿ ਨਾਲ ਆਂਦਾ ਸੀ ਅੰਦਰ ਚੱਲੋ, ਸਾਦਾ ਜੱਜ ਹੁੰਦਾ ਸੀ ਅਤੇ ਨਾਲ ਆਂਦਾ ਹੁੰਦਾ ਸੀ ਅੰਦਰ ਚੱਲੋ। ਬਾਕੀ ਮੈਂ ਆਨਾ ਵੀ ਪਰਚਾ ਤੂੰ ਅੱਜ ਮੇਰੇ ਜਿਹੜੇ 9 ਸਾਲ ਕੰਮ ਕੀਤੇ ਨਹੀਂ ਵੇਖਿਆ, ਅਤੇ ਅੱਜ ਮੈਂ ਪਾਰਟੀ ਛੱਡਦੀ ਅਤੇ ਤੂੰ ਮੇਰੇ ਪਰਚੇ ਕਰਾਉਣ ਡਿਆ ਪਿਆ। ਬਿਲਕੁਲ। ਇਹ ਸਨ ਸਾਡੇ ਨਾਲ ਸੁਖਵਿੰਦਰ ਸਿੰਘ ਸ਼ੀਸ਼ਾ ਜੀ, ਜੋ ਮੱਲਵਾਲ ਕਦੀਮ ਦੇ ਰਹਿਣ ਵਾਲੇ ਨੇ। 9.5 ਸਾਲ ਕਾਂਗਰਸ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇਹ ਜੁਆਇਨ ਕਰ ਚੁੱਕੇ ਨੇ। ਜਿਹੜੇ ਕਾਰਨ ਛੱਡਣ ਦੇ ਉਹ ਇਹੀ ਰਹੇ ਨੇ ਕਿ ਜਿਹੜੇ ਮੇਰਾ ਮੁੱਲ ਆ ਉਹ ਨਹੀਂ ਪਾਇਆ ਗਿਆ। ਯਾਨੀ ਕਿ ਉਹ ਕਹਿੰਦੇ ਨੇ ਕਿ ਮੇਰੇ ਘਰ ਦੇ ਰਾਹ ਦੇ ਵਿੱਚ ਇੱਟਾਂ ਟਾਈਲਾਂ ਨਹੀਂ ਲਾਈਆਂ ਗਈਆਂ, ਹੋਰ ਵਿਕਾਸ ਤਾਂ ਦੂਰ ਦੀ ਗੱਲ ਆ। ਉਸ ਟਾਈਮ 'ਤੇ ਵੀ ਇਹਨਾਂ ਦਾ ਕਹਿਣਾ ਹੈ ਕਿ ਮੈਂ ਨਾਲ ਸੀ ਜਿਸ ਟਾਈਮ 'ਤੇ ਮੌਜੂਦਾ ਵਿਧਾਇਕਾ ਹਾਰੇ ਸੀ। ਹਾਰਨ ਤੋਂ ਬਾਅਦ ਵੀ ਇਹ ਉਹਨਾਂ ਦੇ ਨਾਲ ਸੀ, ਅਤੇ ਉਸ ਤੋਂ ਬਾਅਦ ਜਦੋਂ ਜਿੱਤਦੇ ਨੇ ਅਗਲਾ ਇਲੈਕਸ਼ਨ, ਉਦੋਂ ਵੀ ਉਹਨਾਂ ਦੇ ਨਾਲ ਸੀ। ਮਤਲਬ ਲੰਬਾ ਸਮਾਂ ਜਿਹੜਾ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਰਹੇ ਨੇ। ਹੋਰ ਵੀ ਕਾਫੀ ਇਹਨਾਂ ਨੇ ਜਿਹੜੇ ਗੱਲਾਂ ਕਹੀਆਂ ਨੇ ਕਿ ਕੁਝ ਗੱਡੀ ਦੀ ਵੀ ਗੱਲ ਕੀਤੀ ਹੈ ਕਿ ਗੱਡੀ ਵੀ ਮੇਰੇ ਵੱਲੋਂ ਉਹਨਾਂ ਨੂੰ ਦਿੱਤੀ ਗਈ ਆ। ਲੇਕਿਨ ਆਉਣ ਵਾਲਾ ਸਮਾਂ ਦੱਸੇਗਾ। ਹਰ ਕੋਈ ਪਾਰਟੀ ਆ, ਟੁੱਟ ਕੇ ਉੱਧਰ ਜਾਣਾ, ਇੱਧਰ ਆਉਣਾ, ਇਹ ਲਗਾਤਾਰ ਜਿਹੜੀਆਂ ਗੱਲਾਂ ਸੁਣਨ ਨੂੰ ਆਉਂਦੀਆਂ ਨੇ। ਵੋਟਾਂ ਦੇ ਸਮੇਂ ਪਤਾ ਚੱਲੇਗਾ ਕਿਸ ਦੀ ਸਰਕਾਰ ਬਣਦੀ ਆ, ਕੌਣ ਲੀਡਰ ਬਣਦਾ, ਤੇ ਕੌਣ ਕੁਰਸੀ ਦੇ ਉੱਤੇ ਬਿਰਾਜਮਾਨ ਹੋ ਕੇ ਰਾਜਾ ਬਣਦਾ, ਤੇ ਕੌਣ ਪ੍ਰਜਾ ਦੀ ਸੇਵਾ ਕਰਦਾ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁੱਖ।